ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾਂ। ਪਰਮੇਸ਼ਰ ਦਿੱਤਾ ਪੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ। ਰਹਾਉ ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ ਸ਼ਬਦ ਗੁਰੂ ਬਾਣੀ ਕੇ ਬੋਇਤ ਅੰਮ੍ਰਿਤ ਕੇ ਦਾਤੇ ਵਾਲੀਏ ਕੁਲ ਆਲਮ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਅੱਜ ਦੇ ਇਹਨਾਂ ਵਿਸ਼ੇਸ਼ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ। ਰੱਬੀ ਬਾਣੀ ਦਾ ਓਟ ਆਸਰਾ ਲੈਂਦਿਆਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਵਨ ਭੋਗ ਪਏ। ਉਪਰੰਤ ਸਕੱਤਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਅੱਜ ਆਪਾਂ ਪਾਵਨ ਦਿਹਾੜਾ ਮਨਾ ਰਹੇ ਹਾਂ ਉਹਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ। ਗੁਰੂ ਕਰਕੇ ਰਾਗੀ ਜਥੇ ਨੇ ਆਪ ਜੀ ਦੇ ਨਾਲ ਪਾਵਨ ਬਾਣੀ ਦੇ ਕੀਰਤਨ ਦੁਆਰਾ ਸਾਂਝ ਪਾਈ ਹੈ। ਆਓ ਹੁਣ ਕੁਝ ਕੁ ਸਮੇਂ ਲਈ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਨੂੰ ਪ੍ਰਾਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਗੁਰਦੇਵ ਦੀ ਗੋਦ ਵਿੱਚ ਬੈਠੇ ਹੋ, ਗੁਰੂ ਬਖਸ਼ੀ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ
ਨਾਨਕ ਸਾਹਿਬ ਮਹਾਰਾਜ ਨੇ ਜਿਸ ਨਿਰਮਲ ਪੰਥ ਦਾ ਆਗਾਜ਼ ਕੀਤਾ, ਉਹਨਾਂ ਇਸ ਪੰਥ ਦੀ ਬੁਨਿਆਦ ਸ਼ਬਦ ਦੇ ਸਿਰ ਉੱਤੇ ਰੱਖੀ ਹੈ। ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਸੀ ਕਿ ਤੇਰਾ ਗੁਰੂ ਕੌਣ ਹੈ, ਤੇ ਗੁਰਦੇਵ ਨੇ ਜਵਾਬ ਦਿੱਤਾ ਸੀ ਕਿ ਸ਼ਬਦ ਗੁਰੂ, ਤੇ ਚੇਲਾ ਵੀ ਸਰੀਰ ਨਹੀਂ ਹੈ, ਬਲਕਿ ਉਸ ਸ਼ਬਦ ਵਿੱਚ ਜੁੜੀ ਹੋਈ ਮੇਰੀ ਜਿਹੜੀ ਸੁਰਤ ਹੈ ਉਹ ਕੀ ਹੈ, ਚੇਲਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਸ਼ਬਦ ਦੁਆਰਾ ਪਤਾ ਨਹੀਂ ਕਿੰਨੇ ਕੁ ਜੀਵਾਂ ਦਾ ਉਧਾਰ ਕੀਤਾ। ਉਸੇ ਸ਼ਬਦ ਨੂੰ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਮੰਨਦੇ ਹਾਂ, ਪੂਜਦੇ ਹਾਂ, ਨਮਨ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਜਿਹੜੇ ਲੋਕ ਦੇਹਧਾਰੀ ਗੁਰੂਆਂ ਨੂੰ ਮੰਨਦੇ ਨੇ, ਉਹ ਅਕਸਰ ਇਹ ਗੱਲ ਕਹਿੰਦੇ ਨੇ ਵੀ ਦੇਹਧਾਰੀ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਬੋਲਦਾ ਹੈ। ਹਾਲਾਂਕਿ ਇਹ ਖਿਆਲ ਕਰਿਓ, ਕੱਲੀ ਦੇਹ ਕੁਝ ਵੀ ਨਹੀਂ ਬੋਲ ਸਕਦੀ। ਹੁਣ ਕਿਸੇ ਦੀ ਜ਼ੁਬਾਨ ਕੱਟੀ ਹੋਵੇ ਤੇ ਦੇਹਧਾਰੀ ਗੁਰੂ ਵੀ ਕੀ ਕਰੇਗਾ? ਗੱਲ ਤੇ ਫਿਰ ਸ਼ਬਦ ਤੇ ਆਵੇਗੀ ਨਾ। ਫਿਰ ਦੇਹਧਾਰੀ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਇਹ ਅਕਸਰ ਗੱਲ ਕਹਿੰਦੇ ਨੇ ਵੀ ਦੇਹਧਾਰੀ ਗੁਰੂ ਫਲਾਨੀ ਜਗ੍ਹਾ ਤੇ ਜਾਂਦਾ ਹੈ, ਉੱਥੇ ਜਾ ਕੇ ਉਹ ਉਪਦੇਸ਼ ਦਿੰਦਾ ਹੈ। ਪਰ ਇਹ ਖਿਆਲ ਕਰਿਓ, ਦੇਹਧਾਰੀ ਕਿੰਨੀਆਂ ਥਾਵਾਂ ਤੇ ਜਾ ਸਕਦਾ ਹੈ? ਮੇਰੇ ਖਿਆਲ ਨਾਲ ਜੇ ਪੰਜਾਬ ਦੇ ਵਿੱਚ ਅੱਜ ਆਪਾਂ ਦੇਹਧਾਰੀ ਬਾਬਿਆਂ ਦੀ ਗੱਲ ਕਰੀਏ ਤੇ ਕਿੰਨੇ ਲੱਖਾਂ ਦੀ ਤਾਦਾਦ ਵਿੱਚ ਤੁਹਾਨੂੰ ਹਿੰਦੁਸਤਾਨ ਵਿੱਚ ਦੇਹਧਾਰੀ ਬਾਬੇ ਮਿਲ ਜਾਣਗੇ। ਪੰਜਾਬ ਵਿੱਚ 13,000 ਦੇ ਕਰੀਬ ਡੇਰੇ ਨੇ, ਜਿੱਥੇ ਕੋਈ ਨਾ ਕੋਈ ਆਪਣੇ ਆਪ ਨੂੰ ਗੁਰੂ ਐਲਾਨਦਾ ਹੈ। ਹੁਣ ਉਹਨਾਂ ਦੀ ਵੀ ਸਰੀਰ ਕਰਕੇ ਪਹੁੰਚ ਆਪਣੇ ਚੇਲਿਆਂ ਤੱਕ ਨਹੀਂ ਹੁੰਦੀ। ਸਰੀਰ ਕਰਕੇ ਭਾਰਤ ਦੇ ਕੋਨੇ ਵਿੱਚ ਨਹੀਂ ਪਹੁੰਚ ਸਕਦੇ, ਬਲਕਿ ਸ਼ਬਦ ਕਰਕੇ ਪਹੁੰਚਿਆ ਜਾ ਸਕਦਾ। ਇਸੇ ਕਰਕੇ ਸਾਡੇ ਲਈ ਸ਼ਬਦ ਗੁਰੂ ਹੈ। ਹੁਣ ਸ਼ਬਦ ਗੁਰੂ ਜਿਹੜਾ ਹੈ ਉਹ ਭਾਰਤ ਦੇ ਕਿਸੇ ਕੋਨੇ ਤੱਕ ਪਹੁੰਚ ਸਕਦਾ ਹੈ। ਉੱਥੇ ਜਾ ਕੇ ਸਿੱਖ ਜਦੋਂ ਇਕੱਠੇ ਹੁੰਦੇ ਨੇ, ਉਹ ਬਾਣੀ ਪੜ੍ਹਦੇ ਨੇ, ਸ਼ਬਦ ਦਾ ਆਸਰਾ ਲੈਂਦੇ ਨੇ। ਸ਼ਬਦ ਵਿਦੇਸ਼ਾਂ ਵਿੱਚ ਪਹੁੰਚ ਸਕਦਾ ਹੈ। ਜਿੱਡੀ ਵੱਡੀ ਸ਼ਬਦ ਦੀ ਪਹੁੰਚ ਹੈ, ਏਡੀ ਵੱਡੀ ਪਹੁੰਚ ਸਰੀਰ ਦੀ ਕਦੀ ਨਹੀਂ ਹੋ ਸਕਦੀ। ਤੇ ਇੱਕ ਖਿਆਲ ਹੋਰ ਕਰਿਓ, ਸਰੀਰ ਬਿਨਸਨਹਾਰ ਹੈ। ਸਰੀਰ ਬਿਨਸ ਜਾਵੇਗਾ ਪਰ ਸ਼ਬਦ ਕਦੀ ਬਿਨਸੇਗਾ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸ਼ਿਵਨਾਬ ਨੂੰ ਮਿਲੇ ਨੇ ਨਾ, ਗੱਲ ਨੂੰ ਗੌਰ ਨਾਲ ਸਮਝਿਓ। ਰਾਜਾ ਸ਼ਿਵਨਾਬ ਸ਼੍ਰੀਲੰਕਾ ਦਾ ਰਾਜਾ ਹੈ। ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲ ਗਏ ਨੇ ਤੇ ਸਾਡੇ ਇਤਿਹਾਸਕਾਰਾਂ ਨੇ ਇੱਕ ਘਟਨਾ ਲਿਖੀ ਹੈ। ਉਹ ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਨੇ ਰਾਜੇ ਦੇ ਬਾਗ ਵਿੱਚ ਪੈਰ ਪਾਇਆ ਤੇ ਉਹਦਾ ਸੁੱਕਾ ਬਾਗ ਹਰਿਆ ਹੋ ਗਿਆ। ਵਾਕਈ ਹੋ ਜਾਂਦਾ ਹੈ, ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਨੇ, ਜਿਨ੍ਹਾਂ ਦੇ ਮਨ ਦੇ ਬਾਗ ਸੁੱਕ ਜਾਂਦੇ ਨੇ, ਉਹ ਹਰੇ ਹੋ ਜਾਂਦੇ ਨੇ। ਹੁਣ ਸੋਕਾ ਕਾਹਦਾ ਪ੍ਰਤੀਕ ਹੈ? ਸੋਕਾ ਉਜਾੜ ਦਾ ਪ੍ਰਤੀਕ ਹੈ। ਜਿਹਦਾ ਮਨ ਦਾ ਬਾਗ ਉਜੜਿਆ ਹੋਵੇ, ਜਿੱਥੇ ਗੁਰੂ ਦਾ ਵਰਤਾਰਾ ਵਰਤ ਜਾਵੇ, ਜਿੱਥੇ ਗੁਰੂ ਜਾ ਕੇ ਬਹਿ ਜਾਵੇ, ਉਹ ਸੁੱਕੀਆਂ ਹੋਈਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ ਨੇ, ਖੁਸ਼ਹਾਲ ਹੋ ਜਾਂਦੀਆਂ ਨੇ। ਉਹਨੂੰ ਉਹਦੇ ਮਨ ਵਿੱਚ ਇੱਕ ਚਾਹੋ ਸੀ। ਉਹਦੀ ਪਹੁੰਚ ਕਿਵੇਂ ਬਣੀ ਗੁਰੂ ਨਾਨਕ ਤੱਕ? ਸ਼ਬਦ ਦੁਆਰਾ। ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਗਿਆ ਹੈ, ਉਹਨੇ ਜਾ ਕੇ ਉੱਥੇ ਵਪਾਰ ਕੀਤਾ, ਜਿਹਨੂੰ ਭਾਈ ਮਨਸੁਖ ਕਿਹਾ ਜਾਂਦਾ ਹੈ। ਉਹਦੇ ਮਨ ਵਿੱਚ ਇੱਕ ਤਾਂਘ ਪੈਦਾ ਹੋਈ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਕਰਾਂ। ਤੇ ਜਦੋਂ ਭੇਖੀਆਂ ਨੂੰ ਪਤਾ ਲੱਗਾ ਤੇ ਬੜੇ ਨਾਨਕ ਬਣ ਕੇ ਗਏ। ਮੈਂ ਸੰਖੇਪ ਵਿੱਚ ਗੱਲ ਕਵਾਂ, ਵਾਰਤਾ ਨੂੰ ਬਹੁਤੀ ਲੰਬੇਰੀ ਨਾ ਖੜਾ। ਕਹਿੰਦੇ ਉਹਨੇ ਅਫਸਰਾਂ ਭੇਜੀਆਂ, ਨਾਤੀਆਂ ਭੇਜੀਆਂ, ਜਿਹੜੀਆਂ ਨਾਚ ਗਾਣਾ ਕਰਦੀਆਂ ਸੀ ਬਹੁਤੇ, ਤੇ ਉੱਥੇ ਹੀ ਲੁਭਾਏਮਾਨ ਹੋ ਗਏ। ਕੁਝ ਮੋਹਰਾਂ ਪੈਸਿਆਂ ਤੇ ਲੁਭਾਏਮਾਨ ਹੋ ਗਏ। ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸ਼ਿਵਨਾਬ ਦੇ ਕੋਲ ਗਏ ਨੇ, ਤੇ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਉਹਨੇ ਉਦਾਂ ਹੀ ਕੀਤਾ, ਕਿਉਂਕਿ ਬੜੇ ਐਸੇ ਭੇਖੀ ਉੱਥੇ ਪਹਿਲਾਂ ਆਏ ਸੀ। ਉਹ ਅਫਸਰਾਂ ਆਈਆਂ, ਉਹਨਾਂ ਨਾਚ ਗਾਣੇ ਸ਼ੁਰੂ ਕੀਤੇ। ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਡੇ ਬਾਪ ਵਰਗਾ ਹਾਂ, ਤੇ ਬਾਪ ਦੇ ਸਾਹਮਣੇ ਧੀਆਂ ਨੱਚਦੀਆਂ ਚੰਗੀਆਂ ਨਹੀਂ ਲੱਗਦੀਆਂ। ਉਹ ਬੇਸ਼ਮਾਵਾਂ ਸਨ, ਗੁਰੂ ਨਾਨਕ ਦੇ ਪੈਰੀ ਪੈ ਗਈਆਂ। ਉੱਥੇ ਅਸੀਂ ਇੱਕ ਸ਼ਬਦ ਪੜ੍ਹਦੇ, ਗਾਛੋ ਪੁੱਤਰੀ ਰਾਜ ਕੁਵਾਰ। ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਕਹਿਣ ਲੱਗੇ, ਬਾਬਾ ਸ਼ਿਵਨਾਬ ਨੂੰ ਤੇ ਬਾਅਦ ਵਿੱਚ ਪਤਾ ਚੱਲਣਾ ਹੈ ਨਾਨਕ ਆਇਆ, ਪਰ ਸਾਨੂੰ ਪਤਾ ਲੱਗ ਗਿਆ, ਕਿਉਂਕਿ ਅੱਜ ਤੱਕ ਅਸੀਂ ਨੱਚਣ ਗਾਉਣ ਵਾਲੀਆਂ ਹਾਂ, ਸਾਨੂੰ ਕਿਸੇ ਨੇ ਧੀਆਂ ਨਹੀਂ ਆਖਿਆ।
ਇੱਕ ਪਹਿਲਾ ਤੂੰ ਮਿਲਿਆ ਏ ਜਿਹਨੇ ਸਾਨੂੰ ਧੀਆਂ ਆਖਿਆ। ਖੈਰ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਿਵਨਾਬ ਨੂੰ ਮਿਲੇ, ਵਾਰਤਾ ਹੋਈ, ਲੰਬੀ ਚੌੜੀ ਉਹਨਾਂ ਦੀ ਚਰਚਾ ਹੋਈ। ਜਿਸ ਵਕਤ ਗੁਰੂ ਨਾਨਕ ਸਾਹਿਬ ਵਾਪਸ ਪਰਤਣ ਲੱਗੇ ਤੇ ਸ਼ਿਵਨਾਬ ਕਹਿਣ ਲੱਗਾ, ਮਹਾਰਾਜ ਹੁਣ ਰਾਜ ਭਾਗ ਛੱਡ ਕੇ ਮੈਂ ਤੁਹਾਡੇ ਨਾਲ ਜਾਣਾ, ਕਿਉਂਕਿ ਤੁਸੀਂ ਗੁਰੂ ਹੋ ਤੇ ਤੁਹਾਡੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ਿਵਨਾਬ ਨੂੰ ਆਖੀ ਉਹ ਬੜੀ ਗਜਬ ਦੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਜੇ ਸ਼ਿਵਨਾਬ ਨੂੰ ਇੱਕ ਗੱਲ ਆਖੀ, ਕਹਿਣ ਲੱਗੇ, ਵੇਖ ਸਰੀਰਾਂ ਦੇ ਮੇਲ ਸਦਾ ਨਹੀਂ, ਸਰੀਰ ਬਿਨਸਨ ਆ ਹਨ, ਇੱਕ ਦਿਨ ਬਿਨਸ ਜਾਵਾਂਗੇ, ਇੱਕ ਦਿਨ ਖਤਮ ਹੋ ਜਾਵੇਗਾ ਸਰੀਰ, ਫਿਰ ਕੀ ਕਰੇਗਾ? ਸਰੀਰਾਂ ਦੇ ਮੇਲ ਸਦਾ ਨਹੀਂ। ਸ਼ਿਵਨਾਬ ਕਹਿਣ ਲੱਗਾ, ਮਹਾਰਾਜ ਫਿਰ ਕੀ ਹਾਲ ਹੈ? ਮੈਨੂੰ ਇਹੋ ਜਿਹਾ ਗੁਰੂ ਚਾਹੀਦਾ ਜਿਹੜਾ ਸਦੀਵ ਮੇਰੇ ਨਾਲ ਰਵੇ। ਤੇ ਸਾਡੇ ਇਤਿਹਾਸਕਾਰ ਲਿਖਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਬਾਣੀ ਦੇ ਸ਼ਬਦ, ਬਾਣੀ ਦੀ ਪੋਥੀ ਦੇ ਕੇ ਨਵਾਜਿਆ ਤੇ ਆਖਿਆ, ਅੱਜ ਤੋਂ ਬਾਅਦ ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ, ਇਸ ਬਾਣੀ ਦੇ ਵਿੱਚੋਂ ਮੇਰੇ ਦਰਸ਼ਨ ਕਰੀ। ਇਹ ਬਾਣੀ ਹੀ ਮੇਰਾ ਸਰੂਪ ਹੈ। ਜਿਹੜਾ ਸਿੱਖ ਭਾਉ ਕਰਕੇ, ਮਨ ਕਰਕੇ, ਸ਼ਰਧਾ ਤੇ ਪ੍ਰੇਮ ਕਰਕੇ ਬਾਣੀ ਪੜ੍ਹਦਾ ਏ, ਉਹ ਸਮਝੋ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦੇ ਦਰਸ਼ਨ ਕਰਦਾ। ਮੈਂ ਇਤਿਹਾਸ ਦੀਆਂ ਇੱਕ ਦੋ ਘਟਨਾਵਾਂ ਸਾਂਝੀਆਂ ਕਰਾਂਗਾ। ਦੁਨੀਆ ਵਿੱਚ ਬੜੇ ਧਾਰਮਿਕ ਗ੍ਰੰਥ ਨੇ। ਕੁਰਾਨੇ ਮਜੀਦ ਹੈ, ਈਸਾਈਆਂ ਦੀ ਬਾਈਬਲ ਹੈ ਜਿਹਨੂੰ ਨਿਊ ਟੈਸਟਾਮੈਂਟ ਕਹਿੰਦੇ ਨੇ, ਯਹੂਦੀਆਂ ਦੀ ਓਲਡ ਟੈਸਟਾਮੈਂਟ ਹੈ ਜਿਹਨੂੰ ਉਹਨਾਂ ਦੇ ਗ੍ਰੰਥ ਨੇ, ਤੌਰੇਤ, ਜ਼ਬੂਰ, ਅੰਜੀਲ, ਇਹ ਉਹਨਾਂ ਦੇ ਗ੍ਰੰਥ ਨੇ। ਅਸਲ ਵਿੱਚ ਇਹ ਸਾਰੇ ਇੱਕੋ ਹੀ ਪਿਓ ਦੀ ਔਲਾਦ ਹੈ। ਇਹਨਾਂ ਵਿੱਚ ਸਭ ਤੋਂ ਪੁਰਾਣਾ ਮਜ਼ਹਬ ਜਿਹੜਾ ਹੈ ਉਹ ਯਹੂਦੀਆਂ ਦਾ। ਯਹੂਦੀਆਂ ਦਾ ਪੈਗੰਬਰ ਹੋਇਆ ਹੈ ਮੂਸਾ। ਉਹਨੇ ਜਿਹੜੀ, ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਨੇ ਜਿਹੜੀ ਕਿਤਾਬ ਲਿਖੀ ਉਹਨੂੰ ਯਹੂਦੀ ਲੋਕ ਪੁਰਾਣੀ ਬਾਈਬਲ ਕਹਿੰਦੇ ਨੇ, ਓਲਡ ਟੈਸਟਾਮੈਂਟ ਉਹਨੂੰ ਨਾਂ ਦਿੱਤਾ ਹੈ। ਇਦਾਂ ਹੀ ਜਿਹੜੇ ਈਸਾਈ ਨੇ, ਜਿਹੜੀ ਈਸਾਈ ਬਾਈਬਲ ਹੈ ਉਹਨੂੰ ਨਿਊ ਟੈਸਟਾਮੈਂਟ ਕਹਿੰਦੇ ਨੇ। ਹਜ਼ਰਤ ਮੁਹੰਮਦ ਸਾਹਿਬ ਨੇ ਕੁਰਾਨ ਲਿਖੀ, ਮੁਸਲਮਾਨ ਐਸਾ ਮੰਨਦੇ ਨੇ, ਯਹੂਦੀ ਐਸਾ ਮੰਨਦੇ ਨੇ, ਇਦਾਂ ਹੀ ਈਸਾਈ ਮੰਨਦੇ ਨੇ। ਪਰ ਜੇ ਦੁਨੀਆ ਦੇ ਵਿੱਚ ਕੋਈ ਨਿਰਪੱਖ ਇਤਿਹਾਸਕਾਰ ਇਸ ਗੱਲ ਦਾ ਨਿਤਾਰਾ ਕਰੇ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਤੁਸੀਂ ਬੈਠੇ ਹੋ ਨਾ, ਇਹਦੇ ਬਾਰੇ ਇਹ ਗੱਲ ਸੱਚ ਹੈ। ਦੁਨੀਆ ਦਾ ਕੋਈ ਇਤਿਹਾਸਕਾਰ ਇਸ ਗੱਲ ਨੂੰ ਝੁਠਲਾ ਨਹੀਂ ਸਕਦਾ ਕਿ ਸੰਸਾਰ ਉੱਤੇ ਇੱਕੋ ਇੱਕ ਐਸਾ ਗ੍ਰੰਥ ਹੈ ਜਿਹੜਾ ਗੁਰੂਆਂ ਨੇ ਆਪ ਆਪਣੇ ਹੱਥਾਂ ਦੇ ਨਾਲ ਲਿਖਿਆ। ਹਜ਼ਰਤ ਮੁਹੰਮਦ ਸਾਹਿਬ ਦੀ ਕੁਰਾਨ ਉਹਨਾਂ ਤੋਂ ਬਾਅਦ ਵਿੱਚ ਲਿਖੀ ਗਈ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਕੁਰਾਨ ਨਹੀਂ ਲਿਖੀ। ਯਹੂਦੀਆਂ ਦੀ ਬਾਈਬਲ ਮੂਸਾ ਨੇ ਨਹੀਂ ਲਿਖੀ, ਬਹੁਤ ਸਮਾਂ ਬਾਅਦ ਵਿੱਚ ਲਿਖੀ ਗਈ। ਈਸਾਈਆਂ ਦੀ ਬਾਈਬਲ ਆਪ ਨਹੀਂ ਲਿਖੀ ਗਈ, ਬਹੁਤ ਸਮਾਂ ਬਾਅਦ ਵਿੱਚ ਲਿਖੀ ਗਈ। ਕਹਿੰਦੇ ਇਕੱਠੀਆਂ ਕੀਤੀਆਂ ਲਿਖਤਾਂ। ਖੈਰ ਇਹ ਲੰਬੇਰਾ ਇਤਿਹਾਸ ਹੈ, ਮੈਂ ਗੱਲ ਨੂੰ ਸੰਖੇਪ ਵਿੱਚ ਰੱਖਾਂਗਾ। ਤੁਸੀਂ ਵੇਖੋ, ਸਿਆਣਿਆਂ ਦਾ ਨਾ ਇੱਕ ਮੁਹਾਵਰਾ ਹੈ ਸਾਡੇ ਪਿੰਡਾਂ ਵਿੱਚ ਚੱਲਦਾ ਹੈ ਵੀ ਗੱਲ ਕਹਿੰਦੀ ਹੈ ਤੂੰ ਮੈਨੂੰ ਜ਼ਬਾਨੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਾਂਗਾ। ਗੱਲ ਕੀ ਕਹਿੰਦੀ ਹੈ? ਕਹਿੰਦੀ ਤੂੰ ਮੈਨੂੰ ਜ਼ੁਬਾਨੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢ ਦਿਆਂਗਾ। ਇਹ ਮੁਹਾਵਰਾ ਹੈ ਪੰਜਾਬ ਦੇ ਵਿੱਚ। ਹੁਣ ਗੱਲ ਕੀ ਹੁੰਦੀ ਹੈ ਭਲਾ? ਕਈ ਵਾਰ ਨਾ ਤੁਸੀਂ ਵੇਖੋ ਸਾਡੇ ਬਹੁਤੇ ਝਗੜਿਆਂ ਦੀ ਵਜ੍ਹਾ ਕੀ ਬਣ ਜਾਂਦੀ ਹੈ। ਮੈਂ 100 ਬੰਦਾ ਲਾਈਨ ਵਿੱਚ ਲਾ ਕੇ ਪਹਿਲੇ ਬੰਦੇ ਨੂੰ ਇੱਕ ਗੱਲ ਕਵਾਂ ਕੋਈ, ਜਦੋਂ ਉਹ ਗੱਲ 100 ਬੰਦੇ ਤੋਂ ਘੁੰਮ ਕੇ ਤੁਹਾਡੇ ਤੱਕ ਪਹੁੰਚੇਗੀ ਨਾ, ਉਸ ਗੱਲ ਦਾ ਉਹ ਸਰੂਪ ਨਹੀਂ ਰਹੇਗਾ ਕਦੇ। ਜਿੱਦਾਂ ਮੈਂ ਕਹੀ ਹੋਵੇਗੀ ਜਿਹੜੇ ਵੇ ਵਿੱਚ, ਕਿਉਂਕਿ ਜਦੋਂ ਬੰਦਾ ਕੋਈ ਗੱਲ ਕਹਿੰਦਾ ਹੈ ਨਾ, ਉਹਦਾ ਇੱਕ ਤਰੀਕਾ ਹੁੰਦਾ ਹੈ, ਉਹਦਾ ਇੱਕ ਵੇ ਹੁੰਦਾ ਹੈ, ਉਹਨੇ ਕਿਹੜੇ ਐਂਗਲ ਤੋਂ ਉਹ ਗੱਲ ਕਹੀ ਹੈ। ਗੱਲ ਦਾ ਸੁਭਾਅ ਹੀ ਇਹ ਹੈ ਵੀ ਇੱਕ ਬੰਦੇ ਨੂੰ ਕਹਿ ਦਿਓ ਤੁਸੀਂ, ਜਿਹਦੇ ਬਾਰੇ ਕਹੀਏ ਉਹਨੂੰ ਸਿੱਧੀ ਨਾ ਪਤਾ ਲੱਗੇ, ਉਹਨੂੰ 100 ਬੰਦੇ ਤੋਂ ਬਾਅਦ ਜਾ ਕੇ ਪਤਾ ਲੱਗੇ, ਗੱਲ ਦਾ ਰੂਪ ਬਦਲ ਜਾਂਦਾ। ਇਹ ਸੁਭਾਵਕ ਹੈ, ਬੜੀ ਸੁਭਾਵਕ ਗੱਲ ਹੈ। ਇਸੇ ਕਰਕੇ ਪਰਿਵਾਰਾਂ ਵਿੱਚ ਤੁਸੀਂ ਵੇਖੋ ਕਈ ਵਾਰ ਲੜਾਈਆਂ ਹੋ ਜਾਂਦੀਆਂ, ਤੂੰ ਮੇਰੇ ਬਾਰੇ ਫਲਾਣੇ ਕੋਲ ਏਦਾਂ ਆਖਿਆ, ਉਹਦੇ ਕੋਲ ਏਦਾਂ ਆ ਗਿਆ। ਹੁਣ ਜਦੋਂ ਇੱਕ ਨੂੰ ਗੱਲ ਆਖਿਆ ਉਹਨੇ ਦੂਜੇ ਨੂੰ ਦੱਸੀ, ਦੂਜੇ ਨੇ ਤੀਜੇ ਨੂੰ ਦੱਸੀ, ਉਸ ਗੱਲ ਦਾ ਮੂਲ ਸਰੂਪ ਵਿਗੜ ਜਾਂਦਾ। ਏਦਾਂ ਕਹਿ ਲਓ ਵੀ ਇੱਕ ਫੁੱਲ ਹੋਵੇ ਖਿੜਿਆ, ਉਹਦੇ ਵਿੱਚੋਂ ਸੁਗੰਧੀ ਆਉਂਦੀ ਹੋਵੇ, ਉਹ ਫੁੱਲ ਜੇ 100 ਜਾਣਿਆਂ ਦੇ ਹੱਥਾਂ ਵਿੱਚੋਂ ਦੀ ਲੰਘ ਜਾਵੇਗਾ ਤੇ ਜਦੋਂ 101 ਬੰਦੇ ਕੋਲ ਪਹੁੰਚੇਗਾ, 100 ਤੋਂ ਬਾਅਦ ਵਾਲੇ ਕੋਲ ਪਹੁੰਚੇਗਾ, ਕੀ ਉਹ ਫੁੱਲ ਦੀ ਸੁਗੰਧੀ ਉਦਾਂ ਕਾਇਮ ਰਹਿ ਸਕਦੀ ਹੈ? ਕੀ ਉਹ ਫੁੱਲ ਵਿੱਚ ਉਹ ਤਾਜ਼ਗੀ ਰਹਿ ਜਾਵੇਗੀ? ਕੀ ਉਹ ਫੁੱਲ ਦੀ ਉਹ ਖੂਬਸੂਰਤੀ ਰਹਿ ਜਾਵੇਗੀ ਜਿਹੜੀ ਕੁਦਰਤ ਨੇ ਉਹਨੂੰ ਦਿੱਤੀ ਹੈ? ਨਹੀਂ ਰਹੇਗੀ।
ਹੁਣ ਬਿਲਕੁਲ ਇਸੇ ਤਰੀਕੇ ਨਾਲ ਅੰਦਾਜ਼ਾ ਲਾ ਕੇ ਵੇਖੋ, ਜਿਹੜੇ ਦੁਨੀਆ ਦੇ ਧਾਰਮਿਕ ਗ੍ਰੰਥ ਨੇ, ਚਾਹੇ ਉਹ ਕੁਰਾਨ ਹੈ, ਚਾਹੇ ਬਾਈਬਲ ਹੈ, ਚਾਹੇ ਵੇਦ ਹੈ, ਇਹਨਾਂ ਨੂੰ ਬੇਸ਼ੱਕ ਈਸ਼ਵਰੀ ਬਾਣੀ ਕਿਹਾ ਗਿਆ, ਬੇਸ਼ੱਕ ਇਹਨਾਂ ਨੂੰ ਪੈਗੰਬਰਾਂ ਦੇ ਨਾਲ ਜੋੜਿਆ ਗਿਆ ਵੀ ਇਹ ਮੂਸਾ ਨੇ ਉਚਾਰਨ ਕੀਤੇ, ਇਹ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਾਨ ਲਿਖੀ, ਇਹ ਬ੍ਰਹਮਾ ਨੇ ਉਚਾਰਨ ਕੀਤੇ ਨੇ ਵੇਦ, ਪਰ ਇਹਨਾਂ ਵਿੱਚੋਂ ਤਾਜ਼ਗੀ ਨਹੀਂ, ਕਿਉਂਕਿ ਇਹਨਾਂ ਦੇ ਕਰਤਾ ਜਿਨ੍ਹਾਂ ਨੂੰ ਨਾਲ ਇਹਨਾਂ ਗ੍ਰੰਥਾਂ ਨੂੰ ਜੋੜਿਆ ਜਾਂਦਾ ਹੈ ਵੀ ਇਹਨੇ ਲਿਖਿਆ ਹੈ, ਦਰਅਸਲ ਵਿੱਚ ਇਹ ਸੱਚ ਨਹੀਂ ਹੈ। ਇੱਕੋ ਇੱਕ ਗ੍ਰੰਥ ਦੁਨੀਆ ਦਾ ਐਸਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਬਾਣੀ ਨੂੰ ਗੁਰਦੇਵ ਨੇ ਆਪਣੇ ਹੱਥਾਂ ਨਾਲ ਲਿਖਿਆ ਤੇ ਆਪ ਸੰਭਾਲਿਆ। ਸਾਡੇ ਕਈ ਅਣਜਾਣ ਇਤਿਹਾਸਕਾਰ ਕਹਿੰਦੇ ਨੇ ਨਹੀਂ, ਗੁਰੂ ਸਾਹਿਬ ਨੇ ਬਾਣੀ ਬਾਅਦ ਵਿੱਚ ਇਕੱਠੀ ਕੀਤੀ ਹੈ। ਮੈਂ ਇੱਕ ਦਿਨ ਅੱਗੇ ਵੀ ਤੁਹਾਡੇ ਨਾਲ ਜ਼ਿਕਰ ਕੀਤੀ ਸੀ, ਗੁਰੂ ਜਿਹੜਾ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦਾ ਉਹਨੂੰ ਆਪ ਸੰਭਾਲਦਾ ਹੈ। ਜਿਨ੍ਹਾਂ ਨੇ ਤੁਹਾਡੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਦਰਸ਼ਨ ਕਰਨ ਤੋਂ ਭਾਵ ਹੈ ਜਿਨ੍ਹਾਂ ਨੇ ਆਪ ਬਾਣੀ ਪੜ੍ਹੀ। ਇੱਕ ਉਹ ਵੀ ਸਾਡੇ ਸੱਜਣ ਭਰਾ ਹੈਗੇ ਨੇ ਜਿਹੜੇ ਰਮਾਲਾ ਚੁੱਕ ਕੇ ਦਰਸ਼ਨ ਕਰਦੇ ਨੇ, ਇਦਾਂ ਕਰਕੇ ਨਹੀਂ, ਗੁਰੂ ਦੇ ਦਰਸ਼ਨ ਇਹ ਨਹੀਂ ਹੁੰਦੇ। ਗੁਰੂ ਦੇ ਦਰਸ਼ਨ ਹੁੰਦੇ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ, ਸਮਝਿਆ, ਵਿਚਾਰਿਆ, ਇਦਾਂ ਦਰਸ਼ਨ ਹੁੰਦੇ ਨੇ। ਰਮਾਲਾ ਚੁੱਕ ਕੇ ਇਦਾਂ ਦਰਸ਼ਨ ਕਰਨੇ ਇਹ ਮਨਮਤ ਹੈ, ਇਹਨੂੰ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ। ਖੈਰ, ਮੈਂ ਬੇਨਤੀ ਕਰਨ ਲੱਗਾ ਸੀ, ਜਿਨ੍ਹਾਂ ਨੇ ਤੁਹਾਡੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੈ, ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ 'ਚ ਅਸ਼ਟਪਦੀਆਂ ਨੇ, ਛੰਦ ਨੇ, ਫਿਰ ਕਈ ਹੋਰ ਬਾਣੀਆਂ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਫਿਰ ਸ਼ਲੋਕ ਨੇ, ਇਦਾਂ ਹੀ ਕੋਈ ਬਸੰਤ ਰਾਗ ਵਿੱਚ ਹੈ, ਹਿੰਡੋਲ ਹੈ, ਬਸੰਤ ਹਿੰਡੋਲ ਹੈ। ਸੋ ਕਈ ਰਾਗਾਂ ਵਿੱਚ ਹੈ, ਕਈ ਛੰਦਾਂ ਵਿੱਚ, ਕਈ ਛੰਤਾਂ ਦੀ ਵਰਤੋਂ ਉਹਦੇ ਵਿੱਚ ਕੀਤੀ ਗਈ। ਹੁਣ ਜਿਹੜੇ ਕਹਿਣ ਵਾਲੇ ਨੇ ਉਹ ਕਹਿੰਦੇ ਨੇ ਵੀ ਨਹੀਂ, ਗੁਰੂ ਨੇ ਆਪ ਬਾਣੀ ਨੂੰ ਸੰਭਾਲਿਆ ਨਹੀਂ, ਗੁਰੂ ਸਾਹਿਬ ਬਾਣੀ ਉਚਾਰਦੇ ਸੀ, ਸਾਹਮਣੇ ਬੈਠਾ ਸਿੱਖ ਲਿਖ ਲੈਂਦਾ ਸੀ। ਹੁਣ ਕਿਸੇ ਨੂੰ ਕੀ ਪਤਾ ਹੈ ਵੀ ਇਹ ਗੁਰੂ ਸਾਹਿਬ ਨੇ ਅਸ਼ਟਪਦੀ ਉਚਾਰੀ ਹੈ ਕਿ ਕੀ ਉਚਾਰਿਆ, ਜਦੋਂ ਮਹਾਰਾਜ ਕੀਰਤਨ ਕਰਦੇ ਨੇ ਵੀ ਇਹ ਬਸੰਤ ਹੈ ਕਿ ਬਸੰਤ ਢੋਲ ਹੈ। ਇੰਨੇ ਸਿਆਣੇ ਲੋਕ ਤੇ ਉਹਨਾਂ ਸਮਿਆਂ ਦੇ ਵਿੱਚ ਨਹੀਂ ਸੀ ਹੈਗੇ। ਇੱਥੋਂ ਤੱਕ ਖਿਮਾ ਕਰਨਾ, ਅੱਜ ਵੀ ਕਿੰਨੇ ਕੁ ਐਸੇ ਨੇ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵੀ ਰਾਗੀ ਸਿੰਘ ਕਿਹੜੇ ਰਾਗ ਵਿੱਚ ਬਾਣੀ ਪੜ੍ਹਦੇ ਨੇ, ਨਹੀਂ ਪਤਾ ਲੱਗੇਗਾ। ਅਣਜਾਣ ਬੰਦੇ ਨੂੰ ਰਾਗਾਂ ਬਾਰੇ ਸਮਝ ਹੀ ਨਹੀਂ ਹੈ, ਉਹਨਾਂ ਨੂੰ ਰਾਗਾਂ ਬਾਰੇ ਪਤਾ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ ਨਾ, ਉਹਨੂੰ ਸੰਭਾਲਿਆ ਵੀ ਆਪ ਹੈ। ਆਪ ਉਹਨੂੰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਜਾ ਕੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਸ਼ੇਖ ਫਰੀਦ ਸਾਹਿਬ ਦੀ ਬਾਣੀ ਪਾਕਪਟਨ ਤੋਂ ਲਈ, ਉਹਨਾਂ ਦੀ ਗੱਦੀ ਤੇ ਬੈਠਾ ਸੀ ਸ਼ੇਖ ਬ੍ਰਹਮ। ਇਤਿਹਾਸਕਾਰਾਂ ਨੇ ਲਿਖਿਆ 11ਵੇਂ ਸਥਾਨ ਤੇ ਸੀ ਉਹ, 11ਵੇਂ ਸਥਾਨ ਤੇ ਸ਼ੇਖ ਫਰੀਦ ਸਾਹਿਬ ਤੋਂ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਕੇਵਲ ਉਹ ਪ੍ਰਮਾਣਕ ਹੈ ਜਿਹੜੀ ਦਰਜ ਹੈ। ਬਾਕੀ ਬਾਹਰ ਵੀ ਕਬੀਰ ਦੇ ਦੋਏ ਮਿਲ ਜਾਣਗੇ, ਪਰ ਉਹਨਾਂ ਨੂੰ ਬਾਣੀ ਨਹੀਂ ਕਿਹਾ ਜਾ ਸਕਦਾ। ਸਿੱਖ ਉਹਨੂੰ ਸਿੱਧਦਾ ਨਹੀਂ ਕਰਦਾ। ਸਾਨੂੰ ਬਾਣੀ ਦੀ ਵੀ ਕਈ ਵਾਰ ਪਰਖ ਨਹੀਂ ਹੁੰਦੀ, ਖਿਮਾ ਕਰਨਾ। ਚਲੋ ਇੱਥੇ ਬਚਾਅ ਹੈ, ਬੜੀ ਵਾਹਿਗੁਰੂ ਦੀ ਕਿਰਪਾ। ਮੈਂ ਕਸ਼ਮੀਰ ਵਾਲਿਆਂ ਨੂੰ ਕਹਿਣਾ ਇਸ ਕੰਮੋਂ, ਕਈ ਵਾਰ ਨਾ ਰੁਮਾਲੇ ਚੜ੍ਹਦੇ ਨੇ, ਉੱਤੇ ਲਿਖਿਆ ਹੁੰਦਾ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਬਹੁਤੀ ਵਾਰ ਇਹਨੂੰ ਲੋਕ ਸਮਝ ਲੈਂਦੇ ਬਾਣੀ ਹੈ। ਫਿਰ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਇਹ ਵੀ ਸਾਰਾ ਕੁਝ ਜਿਹੜਾ ਹੈ ਉਹ ਉੱਤੇ ਕਾਰਡਾਂ ਵਿਆਹ ਵਾਲਿਆਂ ਤੇ ਲਿਖਿਆ ਹੁੰਦਾ। ਹੁਣ ਬਹੁਤੀ ਵਾਰ ਜਿਹੜੇ ਅਣਜਾਣ ਸਾਡੇ ਵੀਰ ਭਰਾ ਨੇ, ਉਹ ਕਾਰਡਾਂ ਉੱਤੇ ਇਹ ਕੱਚੀ ਬਾਣੀ ਹੈ ਸਾਰੀ, ਇਹ ਲਿਖੀ ਹੁੰਦੀ ਹੈ ਉੱਪਰ। ਸਾਨੂੰ ਸਮਝ ਤਾਂ ਨਹੀਂ ਹੈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੱਕ ਮਿਗਤਾ ਹਾਸਲ ਨਹੀਂ ਕੀਤੀ, ਆਪ ਬਾਣੀ ਨਹੀਂ ਪੜ੍ਹੀ। ਇਸ ਕਰਕੇ ਬਹੁਤੀ ਵਾਰ ਸਾਡੇ ਸਾਹਮਣੇ ਕੋਈ ਜੋ ਮਰਜ਼ੀ ਪੜ੍ਹ ਜਾਵੇ, ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਤਾਂ ਪਤਾ ਲੱਗੇਗਾ ਜੇ ਆਪ ਬਾਣੀ ਦੇ ਨਾਲ ਸਾਂਝ ਬਣਾਵਾਂਗੇ। ਸਿੱਖ ਜਿਹੜਾ ਹੈ ਨਾ, ਸਿੱਖ ਦੀ ਸੁਰਤ ਇੰਨੀ ਕਾਮਯਾਬ ਹੋਣੀ ਚਾਹੀਦੀ ਹੈ ਕਿ ਸਟੇਜ ਤੋਂ ਜਿਹੜੀ ਗੱਲ ਬੋਲੀ ਜਾਂਦੀ ਉਹਨੂੰ ਪਤਾ ਲੱਗ ਜਾਵੇ ਵੀ ਇਹ ਗੱਲ ਮੇਰੇ ਗੁਰੂ ਦੀ ਹੈ ਕਿ ਨਹੀਂ ਹੈ। ਪਰ ਅਸੀਂ ਇਹਨੇ ਬਲਵਾਨ ਨਹੀਂ ਨਾ। ਮੈਂ ਇੱਕ ਉਦਾਹਰਨ ਭਾਈ ਗੁਰਦਾਸ ਤੇ ਤੁਹਾਡੇ ਨਾਲ ਸਾਂਝੀ ਕਰਾਂਗਾ। ਉਹਨਾਂ ਦੀਆਂ ਦੋ ਰਚਨਾ ਨੇ, ਇੱਕ ਵਾਰਾਂ ਤੇ ਦੂਜੇ ਕਵਿਤ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਲਿਖਾ ਰਹੇ ਸੀ, ਲਿਖਣ ਵਾਲਿਆਂ ਨੇ ਸਾਖੀ ਲਿਖੀ ਸਮਝਾਉਣ ਦੇ ਲਈ। ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਲਿਖਾ ਰਹੇ ਸੀ, ਭਾਈ ਗੁਰਦਾਸ ਲਿਖ ਰਹੇ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਸਿੱਖ ਦੀ ਪਰਖ ਕੀਤੀ। ਭਾਈ ਗੁਰਦਾਸ ਸਾਹਿਬ ਬਹੁਤ ਗਿਆਨੀ ਬੰਦੇ ਸਨ, ਗੁਰਮਤਿ ਦੇ ਮੱਝੇ ਹੋਏ ਵਿਆਖਿਆਦਾਰ ਸਨ, ਬੜੀ ਵਿਆਖਿਆ ਕੀਤੀ। ਸਿੱਖੀ ਦਾ ਪ੍ਰਚਾਰ ਭਾਈ ਗੁਰਦਾਸ ਸਾਹਿਬ ਨੇ ਬੜਾ ਦੂਰ ਦਰੇਂਡੇ ਜਾ ਕੇ ਕੀਤਾ। ਕਦੀ ਉਹਨਾਂ ਦੀਆਂ ਰਚਨਾਵਾਂ ਪੜ੍ਹ ਕੇ ਵੇਖੋ। ਉਹਨਾਂ ਨੂੰ ਮਾਣ ਇਹ ਹਾਸਲ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਘਰ ਵਿੱਚ ਪੜ੍ਹੀ ਜਾ ਸਕਦੀ ਹੈ, ਉੱਥੇ ਉਹਨਾਂ ਦੀਆਂ ਵਾਰਾਂ ਦਾ ਕੀਰਤਨ ਵੀ
ਕੀਤਾ ਜਾ ਸਕਦਾ। ਇੱਕ ਭਾਈ ਨੰਦ ਲਾਲ, ਭਾਈ ਗੁਰਦਾਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਤੋਂ ਬਿਨਾਂ ਤੀਜੀ ਕਿਸੇ ਰਚਨਾ ਦਾ ਪਾਠ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਹੋ ਸਕਦਾ। ਸਿੱਖ ਰਹਿਤ ਮਰਿਆਦਾ ਵਿੱਚ ਇਹ ਗੱਲ ਬਕਾਇਦਾ ਲਿਖੀ। ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ, ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਲਿਖਾ ਰਹੇ ਨੇ। ਤੁਸੀਂ ਵੇਖੋ ਸੁਰਤ ਕਿੰਨੀ ਕਾਮਯਾਬ ਹੈ, ਕਿੰਨੀ ਬਲਵਾਨ ਹੈ, ਕਿੰਨੀ ਬੁਲੰਦੀ ਵਾਲੇ ਬੰਨੇ ਹੈ। ਗੁਰੂ ਅਰਜਨ ਸਾਹਿਬ ਬੋਲ ਰਹੇ ਨੇ, ਭਾਈ ਗੁਰਦਾਸ ਲਿਖ ਰਹੇ ਨੇ, ਤੇ ਇੱਕ ਜਗ੍ਹਾ ਲਿਖਦਿਆਂ ਭਾਈ ਗੁਰਦਾਸ ਦੀ ਕਲਮ ਰੁਕ ਗਈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਾਈ ਜੀ ਲਿਖੋ। ਕਹਿੰਦੇ ਮਹਾਰਾਜ ਇਹ ਨਹੀਂ ਲਿਖਣੀ। ਹੁਣ ਜੋ ਤੁਸੀਂ ਹੁਣ ਬੋਲ ਰਹੇ ਹੋ ਨਾ, ਕਹਿੰਦੇ ਇਹ ਨਹੀਂ ਲਿਖਣੀ ਮੈਂ। ਉਹ ਕਹਿੰਦੇ ਕਿਉਂ? ਕਹਿਣ ਲੱਗੇ ਬਾਣੀ ਨਹੀਂ ਹੈ। ਵੇਖੋ ਗੁਰੂ ਅਰਜਨ ਸਾਹਿਬ ਬੋਲ ਰਹੇ ਨੇ, ਭਾਈ ਗੁਰਦਾਸ ਨੇ ਕਲਮ ਰੱਖ ਦਿੱਤੀ, ਕਹਿਣ ਲੱਗੇ ਮਹਾਰਾਜ ਇਹ ਨਹੀਂ ਲਿਖਣੀ। ਉਹ ਕਹਿੰਦੇ ਕਿਉਂ? ਕਹਿੰਦੇ ਬਾਣੀ ਨਹੀਂ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਬਾਣੀ ਨਹੀਂ ਹੈਗੀ? ਹੁਣ ਅੰਦਾਜ਼ਾ ਲਾਓ, ਕਦੀ ਗੁਰੂ ਸਾਡੀ ਏਦਾਂ ਦੀ ਪਰਖ ਕਰੇ ਤੇ ਸਾਡੀ ਕਲਮ ਰੁਕ ਸਕਦੀ ਵੀ ਨਹੀਂ ਇਹ ਬਾਣੀ ਨਹੀਂ ਹੈਗੀ? ਨਹੀਂ ਰੁਕੇਗੀ, ਅਸੀਂ ਚੱਲੀ ਜਾਵਾਂਗੇ। ਸਾਡੇ ਮਤਲਬ ਕਿਉਂਕਿ ਸਮਝ ਨਹੀਂ ਹੈ। ਭਾਈ ਗੁਰਦਾਸ ਨੇ ਉੱਥੇ ਕੁਝ ਉਦਾਹਰਨਾਂ ਦਿੱਤੀਆਂ, ਉਹਨਾਂ ਨੇ ਕਵਿਤਾਂ ਵਿੱਚ ਲਿਖੀਆਂ। ਕਹਿਣ ਲੱਗੇ ਜੈਸੇ ਅਨਚਰ ਨਰਪਤ ਕੀ ਪਛਾਨੈ ਭਾਖਾ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜਿਵੇਂ ਨਾ ਰਾਜੇ ਦਾ ਨੌਕਰ ਉਹਦੀ ਭਾਸ਼ਾ ਨੂੰ ਪਛਾਣ ਲੈਂਦਾ। ਜਿਹੜਾ ਰਾਜੇ ਦਾ ਨੌਕਰ ਹੋਵੇ, ਹੁਣ ਮੰਨ ਲਓ ਆਪਾਂ ਸੌਖੀ ਅੱਜ ਦੇ ਸਮੇਂ 'ਚ ਉਦਾਹਰਨ ਲੈ ਲੈਨੇ, ਪਤਨੀ ਆਪਣੇ ਪਤੀ ਦੀ ਆਵਾਜ਼ ਨੂੰ ਪਛਾਣ ਲੈਂਦੀ ਨਾ, ਆਪਣੇ ਬੱਚੇ ਦੀ ਆਵਾਜ਼ ਨੂੰ ਪਛਾਣ ਲੈਂਦੀ। ਰਾਤ ਨੂੰ ਹਨੇਰਾ ਹੋਵੇ, ਉਹਦਾ ਬੱਚਾ ਆਵਾਜ਼ ਦੇਵੇ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਮੇਰੇ ਬੱਚੇ ਦੀ ਆਵਾਜ਼ ਹੈ, ਇਹ ਮੇਰੇ ਪਤੀ ਦੀ ਆਵਾਜ਼ ਹੈ। ਉਹਨੂੰ ਸਾਰੀ ਸਮਝ ਲੱਗ ਜਾਂਦੀ। ਹਨੇਰਾ ਹੈ, ਉਹਨੂੰ ਸਰੀਰ ਨਹੀਂ ਦਿਖ ਰਿਹਾ, ਸਰੂਪ ਨਹੀਂ ਦਿਖ ਰਿਹਾ, ਪਰ ਉਹਦੇ ਨਾਲ ਰਹਿਣ ਕਰਕੇ, ਉਹਦੇ ਨਾਲ ਇੱਕ ਮਿਗਤਾ ਹਾਸਲ ਕਰਨ ਕਰਕੇ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਮੇਰੇ ਪਤੀ ਦੀ ਆਵਾਜ਼ ਆ। ਭਾਈ ਗੁਰਦਾਸ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜੈਸੇ ਅਨਚਰ ਨਰਪਤ ਕੀ ਪਛਾਨੈ ਭਾਖਾ। ਜਿਵੇਂ ਨੌਕਰ ਨੇ ਰਾਜੇ ਦੀ ਭਾਸ਼ਾ ਨੂੰ ਪਛਾਣ ਲਿਆ। ਬੋਲਤ ਬਚਨ, ਰਾਜੇ ਨੇ ਕੋਈ ਬਚਨ ਬੋਲਿਆ, ਭਾਵੇਂ ਹਨੇਰਾ ਸੀ, ਰਾਜਾ ਨਹੀਂ ਸੀ ਦੇਖਦਾ ਸਰੀਰ ਕਰਕੇ। ਬੋਲਤ ਬਚਨ ਖਿਨ ਬੁਝੇ ਬਿਨ ਦੇਖ ਹੀ, ਉਹਨੇ ਖਿਨ ਵਿੱਚ ਬੁੱਝ ਲਿਆ ਵੀ ਇਹ ਰਾਜੇ ਦੀ ਆਵਾਜ਼ ਹੈ। ਦੂਜੀ ਉਦਾਹਰਨ ਉਹਨਾਂ ਨੇ ਦਿੱਤੀ, ਕਹਿਣ ਲੱਗੇ ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ। ਹੁਣ ਕੋਈ ਬੰਦਾ ਜੌਹਰੀ ਹੋਵੇ ਹੀਰਿਆਂ ਦਾ, ਉਹਦੇ ਸਾਹਮਣੇ ਕੱਚ ਲਿਆਣ ਕੇ ਰੱਖ ਦਿਓ, ਵੇਖ ਕੇ ਹੀ ਦੱਸ ਦੇਵੇਗਾ ਵੀ ਇਹ ਹੀਰਾ ਹੈ ਕਿ ਅਸਲੀ ਹੈ ਕਿ ਨਕਲੀ ਹੈ। ਜੌਹਰੀ ਕਾਹਦਾ ਹੈ ਜਿਹੜਾ ਵੇਖ ਕੇ ਦੱਸ ਹੀ ਨਾ ਸਕੇ। ਦੂਜੀ ਉਦਾਹਰਨ ਦਿੱਤੀ, ਕਹਿਣ ਲੱਗੇ ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ। ਜਿਵੇਂ ਇੱਕ ਜੌਹਰੀ ਨੂੰ ਰਤਨਾਂ ਦੀ ਪਰਖ ਹੈ, ਤੇ ਇੱਥੇ ਰਤਨ ਕੀ ਹੈ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਜੈਸੇ ਜੌਹਰੀ ਪਰਖ ਜਾਣਤ ਹੈ ਰਤਨ ਕੀ, ਦੇਖਤ ਹੀ ਬੁਝੈ ਖਰੋ ਖੋਟੋ ਰੂਪ ਹੀ। ਉਹਨੇ ਵੇਖਦੇ ਹੀ ਬੁੱਝ ਲਿਆ ਵੀ ਇਹ ਖਰਾ ਹੈ ਕਿ ਖੋਟਾ ਹੈ। ਅਗਲੀ ਉਦਾਹਰਨ ਕਹਿੰਦੇ ਜੈਸੇ ਖੀਰ ਨੀਰ ਕੋ ਨਬੇਰੋ ਕਰ ਜਾਣੇ ਹੰਸ। ਜਿਵੇਂ ਹੰਸ ਜਿਹੜਾ ਹੁੰਦਾ ਹੈ ਨਾ, ਹੰਸ ਕਹਿੰਦੇ ਕੁਦਰਤ ਵੱਲੋਂ ਉਹਦੀ ਚੁੰਝ ਵਿੱਚ ਇੱਕ ਨਿਆਮਤ ਭਰੀ ਹੈ। ਬਹੁਤ ਵਾਰ ਗੁਰਬਾਣੀ ਦੇ ਵਿੱਚ ਹੰਸ ਦੀਆਂ ਉਦਾਹਰਨਾਂ ਆਈਆਂ ਨੇ। ਸਿੱਖਾਂ ਨੂੰ ਵੀ ਮਹਾਰਾਜ ਨੇ ਹੰਸ ਆਖਿਆ ਹੈ। ਹੰਸ ਦੀ ਖੂਬੀ ਇਹ ਵੀ ਉਹਦੇ ਅੱਗੇ ਦੁੱਧ ਰੱਖ ਦਿਓ, ਉਹਨੇ ਵਿੱਚ ਚੁੰਝ ਮਾਰਨੀ, ਉਹਨੇ ਦੁੱਧ ਅੱਡ ਕਰ ਦੇਣਾ ਤੇ ਪਾਣੀ ਅੱਡ ਕਰ ਦੇਣਾ। ਹੁਣ ਤੁਸੀਂ ਬੁੱਝੋ, ਆਖੋਗੇ ਵੀ ਕਿਵੇਂ? ਅਸਲ ਵਿੱਚ ਉਹਦੀ ਚੁੰਝ ਵਿੱਚ ਕੁਦਰਤ ਨੇ ਐਸੀ ਬਰਕਤ ਪਾਈ ਏ, ਐਸੀ ਖੂਬੀ ਉਹਨੂੰ ਬਖਸ਼ੀ ਏ। ਜਦੋਂ ਉਹ ਦੁੱਧ ਵਿੱਚ ਆਪਣੀ ਚੁੰਝ ਮਾਰਦਾ ਹੈ ਨਾ, ਪਾਣੀ ਵੱਖਰਾ ਹੋ ਜਾਂਦਾ ਤੇ ਦੁੱਧ ਦੀਆਂ ਫੁੱਟੀਆਂ ਵੱਧ ਜਾਂਦੀਆਂ, ਉਹ ਦੁੱਧ ਛਕ ਜਾਂਦਾ। ਹੁਣ ਭਾਈ ਗੁਰਦਾਸ ਨੇ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਤੁਹਾਡੀ ਬਖਸ਼ਿਸ਼ ਨਾਲ ਸਿੱਖ ਹੰਸ ਬਣ ਜਾਂਦਾ ਹੈ, ਤੁਹਾਡੀ ਬਖਸ਼ਿਸ਼ ਦੇ ਨਾਲ ਸਿੱਖ ਜੌਹਰੀ ਬਣ ਜਾਂਦਾ ਹੈ। ਤੁਹਾਡੀ ਬਖਸ਼ਿਸ਼ ਹੋਵੇ, ਅਸੀਂ ਤੁਹਾਡੇ ਨੌਕਰ ਹਾਂ, ਤੁਸੀਂ ਸਾਡੇ ਰਾਜੇ ਹੋ, ਤੁਹਾਡੇ ਨਾਲ ਏਡੀ ਇੱਕ ਸਾਂਝ ਹੈ, ਸਾਨੂੰ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਬਾਣੀ ਤੁਹਾਡੀ ਹੈ ਤੇ ਕਿਹੜੀ ਤੁਹਾਡੀ ਨਹੀਂ ਹੈ। ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਵੇਖੋ ਆਖਿਆ ਕਹਿੰਦੇ ਕੱਚੇ, ਸੁਣਦੇ ਕੱਚੇ, ਤੇ ਮੇਰੇ ਵਰਗੇ ਜਿਹੜੇ ਗਾਉਂਦੇ ਨੇ, ਗੁਰਦੇਵ ਨੇ ਆਖਿਆ ਕੱਚੀ ਆਂਖ ਵਿਖਾਣੀ। ਜਿਹੜੇ ਆਂਖ ਵਿਖਾਣਦੇ ਨੇ ਉਹ ਵੀ ਕੱਚੇ ਨੇ, ਉਹ ਕੱਚੀ ਗਾਉਂਦੇ ਨੇ।
सतगुर की रीसै होर कच पिच बोल दे से कूड़ियार कूड़े झड़ पड़िए। महाराज कहते जेड़े गुरु की रीस करके कच पिच बोलते ने ये कूड़े ने, ये झूठे ने, ये झड़ जाते ने, डिग पैंदे ने, क्योंकि नकल भी आ जाती। तुसीं वेखो मार्केट विच कोई असली फोन आया होवे सोहना होवे ते नकल वाले उहदे नकल भी बना लैंदे ने। असली दुध भी मार्केट विच आउंदा है, नकली भी आ जांदा है। असली देसी घिओ भी आउंदा ते नकली भी आ जांदा, नालों नाल नकल भी। पर सिख नूं समझ है, सिख नूं परख है, सिख दी सुरत अपने गुरु दे शब्द विच लगी है। खैर भाई गुरदास साहब ने आख्या जैसे खीर नेर को नबेरो कर जाने हंस राखिए मिलाए भिन भिन ही सरेख कै। ते अखीर ले आख्या तैसे गुर शब्द, इदां ही गुरु दा शब्द। तैसे गुर शब्द सुनत पहचानत सिख। गुरु दे शब्द नूं सुन के सिख भी गुरु दे शब्द दी पछाण कर लैंदा। हुण यह है वो लोकां दा जीवन जिन्हां ने गुरु दी बाणी नाल सांझ पाई। गुरु अर्जन साहब महाराज ने आख्या भाई गुरदास तुसी धन हो, तुहाडी इन्नी बाणी दे नाल सांझ है, तुहाडी इन्नी विचार दे नाल सांझ है भी तुहानूं पता लग जांदा कच की है ते सच की है। इस करके सानू भी इदां दे बनन दी लोड़ है। खैर मैं अर्ज कर लगा सी धन गुरु ग्रंथ साहब महाराज ऐसे महान गुरु ने। अज मैं गुरु की सिफत करनी है। ये वो गुरु है जिहदा प्रकाश पुरब ते हर साल आवेगा, पर इस गुरु का कदी मरण दिवस नहीं आवेगा। इस गुरु का कदी ज्योति जोत दिवस नहीं आवेगा। रहिंदी दुनिया तक ख्याल करियो इत्थे शब्द असी प्रकाश वरते जिद्दां रब दा प्रकाश ते होया है, पर रब मरेगा नहीं। रहिंदी दुनिया तक गुरु ग्रंथ साहब महाराज का प्रकाश ते है, पर गुरु का ज्योति जोत कदे नहीं आवेगा। ये गुरु ऐसे शब्द दे लड़ सानू लाया है। सतगुरु गुरु ग्रंथ साहब महाराज की बाणी विचों मैं वाक सांझे कर देवां। सोरठ राग विचों गुरु अर्जन साहब महाराज का एक शब्द तुहाडे नाल सांझा कीता है। महाराज कहंदे ने संतो सुख होआ सब थाई। कहन लगे सत संगी जनों सुख हो गया सारी थावां ते, हर एक जगह। पार ब्रह्म पूर्ण परमेश्वर रब रहिया सब नहीं जाई। मैनू इस गल का पता लग गया कि वह पूर्ण परमेश्वर पार ब्रह्म हर जगह ते वसिया है। हुण ये पता कित्थों लगदा है? वेखो एक पासे बाकी धर्म ग्रंथ ने जिन्हां विच मुसलमान दा मत यह है कि अल्लाह मसीत विच वसदा। दूजे पासे हिंदू कहंदा है जिहड़ा भगवान है वह दखण विच वसदा। सतगुर ने बाणी विच ये गल आखी। सवाल किया, कहने लगे अल्लाह एक मसीत बस्त है अवन मुल्क किस केरा। कहने लगे जे अल्लाह केवल मसीत विच वसदा है, मैनू इस गल का जवाब दे बाकी मुल्क किहदा है? तू कहने दखण देश हरी का बासा पच्छम अल्लाह मुकामा। एक कहंदा है पच्छम विच अल्लाह दा मुकाम है, एक कहंदा है दखण विच हरी दा मुकाम है। ये झगड़े सी जिन्हां नूं निबेड़न वाले गुरु ग्रंथ साहब महाराज ने। उन्होंने आख्या नहीं, रब दा निवास ते तेरे अंदर है, दखण ते पच्छम दा झगड़ा झूठा है। ये झूठ ने झगड़े। हुण अज दे इस पावन शब्द विच भी गुरुदेव ने इहो बचन रखे। महाराज बख्शिश करदे आ पहले बंद विच कहंदे ने परमेश्वर दिता बन्ना। बन्ना दा अर्थ हुंदा रोक ला देनी, बन ला देना। वैसे इस बन्ना दा अर्थ कई बार असीं बच्चा भी कर जाने, नहीं। इत्थे ने परमेश्वर दिता बन्ना। बन्ना दा अर्थ है स्टॉप ला देना, रोक ला देनी। कादे उत्ते? दुख रोग का डेरा भन्ना। गुरु ने मेरे दुख ते रोगां दा डेरा, जिहड़ा डेरा बनया होया सी ना अंदर, डेरा किहनूं कहंदे ने? जिथे जादियां दा जमावड़ा होवे, जिथे जादे जाने होण। कहंदे अंदर जिन्ने दुख सी, जिन्ने रोग सी, सारियां नूं भन्न दिता। भन्निया किने? शब्द गुरु ने। शरीर करके नहीं, किसी देहधारी दे पैरां विच पै के नहीं, शब्द ने भन्निया। परमेश्वर दिता बन्ना, दुख रोग का डेरा भन्ना। होया कि कहंदे आनंद करें नर नारी। हुण आनंद विच है। नर नारी दा अर्थ है सारे जीव इस्त्रियां, सारे बंदे, सारे बीबियां, सारा संसार, चाहे वह नर है चाहे नारी है। आनंद करें नर नारी, हर हर प्रभ कृपा धारी।
अगली रहाओ वाली पंक्ति है जी विचार चुके संतो सुख हुआ सब थाई पार ब्रह्म पूर्ण परमेश्वर रब रहा सब नहीं जाई। ते अखीरलियां पंक्तियां ने धुर की बाणी आई। धुर की बाणी का अर्थ है सच की बाणी। वेखो गुरु नानक साहब बख्शिश करदे कहंदे ने सच की बाणी नानक आखै सच सुनाए सी सच की बेड़ा। सतगुरु महाराज ने आख्या हूँ आपो बोल ना जानदा। एक ख्याल करियो असी कई बार गुरु ग्रंथ साहब का अदब नहीं करते। साडे अदब विच फर्क पै जांदा। गुरु का अदब करना बहुत जरूरी है। ते गुरु का अदब करन दा तरीका की है, गुरु के शब्द नूं बिल्कुल एकाग्रता नाल सुनना। असी बंदियां दा अदब कई बार कर लैने। कोई बंदा आया, कोई पोलीटिकल लीडर आया, असी उहदे अदब विच चुप करके उहदी गल नूं किड्डा ध्यान नाल सुणदे हां। पर जिहड़े गुरु नूं असी पातशाह कहने आ, जिहड़ा पातशाहां दा भी पातशाह है, कई बार उन्हां दीयां गल्लां असी हवा दे विच ही कढ दिंदे आ भी नहीं सानूं कोई परवाह नहीं। देखो गुरु हरराय साहब ने सिखां नूं आख्या सी जिन भै अदब ना बाणी धारा जाणो सो सिख नहीं हमारा। जिस सिख दी जिंदगी विच बाणी दा अदब नहीं, महाराज कहंदे हो मेरा सिख ही नहीं। सतगुरु गुरु नानक साहब महाराज ने आख्या इस बाणी नूं एवें ना जाणिओ। देखो दुनिया उत्ते बड़े कवि ने जिहड़े बड़ियां कवितावां लिख दिंदे ने, बड़ियां सुंदर सुंदर कवितावां लिखदे ने, पर किसी कवि की रचना भावें आला दर्जे की होवे, बहुत बाकमाल होवे, पर उस रचना वर्गा उहदा किरदार नहीं हुंदा। ये फर्क हुंदा है ना। हुण वेखो चंगियां गल्लां ते कंधां ते भी लिखियां हुंदियां, पर कंध दा किरदार की है? रोकां लाउणियां। कंध दा किरदार की है? पत्थर वांगू जीउणा नहीं। गुरु ने जिहड़ा शब्द अपने मुख तो उचारण किया है, इहदी खूबी है, इहनूं गुरु तां कहा जांदा है पहला गुरु ने अपनी जिंदगी में हंडाया है, इनू कमाया है। मैं अर्ज करा असी जदों प्रचार करते हैं, जदों कथा करते हैं, जां आपां कहने बाणी सुन के मनो, पर गुरु ने पहला मनी ते फिर उन्हें उपदेश किया। इस करके सतगुर ने भी आख्या भी इस बाणी नूं एवें ना जाणिओ। जिहड़ी मैं अर्ज कर लगा सी भी दुनिया ते बथेरे कवि ने, बड़ियां आला दर्जा दीयां रचनावां ने उन्हां दीयां, बड़े बाकमाल दे शब्द गुंद लैंदे ने, पर की किसी कवि ने क्रांति लियांदी कोई समाज में? ये ओह गुरु ग्रंथ साहब है जिहदे सिर उत्ते बाबा बंदा सिंह बहादुर राज स्थापित करते हैं। ये ओह गुरु ग्रंथ साहब है जिन्हों सिख जंगलां विच भी अपनी हिक दे नाल ला के रखदा। ये ओह गुरु ग्रंथ साहब है जिहदे बुल जिहदे गुरु आखण ते भी पाबंदियां लाइयां गईयां। इस करके दुनिया के कवियां दीयां रचनावां विच ते गुरु ग्रंथ साहब विच बहुत वड्डा अंतर है। गुरसिखो इस गल नूं समझ के रखिओ। गुरु ने जो कहा उन्हें जिंदगी विच कमाया, उन्हें हंडाया उस चीज नूं। ते गुरु नानक महाराज ने हदायत की, कहन लगे ये ना जानिओ मैं बोल रहा, सतगुर की बाणी सत स्वरूप है। गुरसिखो हर करता आप मुंहों कढ़ाए, ये करते ने आप कढ़ाई है। इस करके महाराज कहते ने हो आपो बोल ना जानदा, मैं कहया सब हुक्माओ जियो। ये मेरा बोल नहीं, ये रब की बाणी है। मैं कहना तुहाडे विचों रब ते किसी ने नहीं वेखिया, पर जे रब शब्द के रूप में वेखना है तो गुरु ग्रंथ साहब की बाणी नूं पढ़ के कमा लो। ये गुरु ग्रंथ साहब की बाणी भी साडे लई रब दा रूप है। अमृत बाणी हर हर तेरी सुन सुन होवे परम गत, मेरी जलन बुझी शीतल होए मनुआ, सतगुर का दर्शन पाए जियो। इस करके ये बाणी है जिहड़ी अंदर दी जलन नूं मिटा देवेगी। महाराज ने आखे ये बाणी जो जियो जाने तिस अंतर रवे हर नामा, ये ओह बाणी है। इनू आख्या बाणी गुरु गुरु है बाणी, विच बाणी अमृत सारे सतगुरु। गुरु अमरदास महाराज ने आख्या आवो सिख सतगुर के प्यारिओ, गावो सच्ची बाणी, सच्ची बाणी गाओ। बाणी ता गावो गुरु केरी बाणियां सिर बाणी, जिनको नदर कर्म होवे हृदय तिना समाणी, पीवो अमृत सदा रहो हर रंग जपियो, सारंग पानी कह नानक सदा गावो। ये सच्ची बाणी। ते अगले बचन च आख्या सतगुर बिना होर कच्ची है बाणी। गुरुदेव महाराज कहने धुर की बाणी आई, ये बाणी धुर तो है, अकाल दी बाणी है। धुर की बाणी आई तिन सगली चिंतन हमारी प्यारी अमृत धारी, गुर निमख न मनते टारी रे, दर्शन परसन सरसन हरसन रंग रंगी करतारी रे। गुरुदेव सतगुरु कृपा करन। महाराज बख्शिश करदे कहंदे ने धुर की बाणी आई तिन सगली चिंत मिटाई,
जिन्हें अंदर की चिंता नूं खत्म कर दिता। दयाल पुरख मेहरबाना हर नानक साच वखाना। सतगुरु महाराज कृपा करन पावन बाणी नूं असीं अपने जीवन का आधार बनाईए। ये अकाल का रूप है। इस करके सतगुर ने सानू आख्या सी पूजा अकाल की, परचा शब्द का दीदार खालसे का। गुरु ग्रंथ साहब तो बिना साडा सीस दुनिया के किसी मनुख अगे नहीं चुकना चाहिए। इको एक अगे गुरु ग्रंथ साहब साडे गुरु ने, इन्हां दे अगे साडा सीस झुकना चाहिए। किसी अदीब के बड़े प्यारे बोल ने, वो कहंदा जिस दर पे झुके ना सर उसे दर नहीं कहते। वो कहंदा जेड़े दर उत्ते किसी का सिर ही नहीं झुकदा वो दर काहदा। कोई दर बना के बैठा होवे, जे उहदे उत्ते किसी का सीस ही नहीं झुकदा वो दर काहदा। जिस दर पे झुके ना सर उसे दर नहीं कहते, जो दर दर पे झुक जाए उसे सर नहीं कहते। जेड़ा हर थां ते झुकदा फिरदा वो सिर काहदा। सतगुरु महाराज कृपा करे, गुरु ग्रंथ साहब की बाणी का ओट आसरा लईए। समा मेरा समाप्त है, 35 मिनट तकरीबन प्रबंधकों ने समा दिता सी। सो सारियां दा धन्नवाद, पठानकोट शुक्र। गुरु ग्रंथ साहब सच्चे पातशाह जी का, गुरु ग्रंथ साहब महाराज के पहले प्रकाश पुरब दियां आप सारियां संगतां नूं लख लख मुबारकां। मालक चढ़दी कला विच रखे। वाहिगुरू जी का खालसा, वाहिगुरू जी की फतेह।